ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਆਜੀ ਬਾਰੂਦ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪਹਿਲਾਂ ਨਜ਼ਰ ਪਾਉਂਦੇ ਹਾਂ ਖਾਸ ਖਬਰਾਂ ਦੀ। ਅਮਰੀਕੀ ਫੌਜ ਦਾ V-22 ਆਸਟਰੇ ਹੈਲੀਕਾਪਟਰ ਹਾਦਸਾਗ੍ਰਸਤ, 3 ਜਵਾਨ ਸ਼ਹੀਦ, ਕਈ ਜ਼ਖਮੀ। ਅਰਬਾਂ ਡਾਲਰ ਦੀ ਜਾਇਦਾਦ, ਕਰੋੜਾਂ ਦੀਆਂ ਕਾਰਾਂ, ਬਹੁਤ ਅਮੀਰ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ। ਦੱਸਾਂਗੇ ਉਹਨਾਂ ਦੀ ਜਾਇਦਾਦ ਬਾਰੇ ਵਿਸਥਾਰ ਵਿੱਚ। ਕੈਨੇਡਾ ਵਿੱਚ ਜ਼ਿੰਦਾ ਸੜਿਆ ਪੰਜਾਬੀ ਨੌਜਵਾਨ। ਜੇ ਰਾਸ਼ਟਰਪਤੀ ਬਣਿਆ ਤਾਂ ਐਲਨ ਮਸਕ ਨੂੰ ਬਣਾਵਾਂਗਾ ਆਪਣਾ ਸਲਾਹਕਾਰ, ਭਾਰਤੀ ਅਮਰੀਕੀ ਵਿਵੇਕ ਰਾਮਾਸਵਾਮੀ ਦਾ ਐਲਾਨ। ਇੰਟਰਨੈਸ਼ਨਲ ਵਿਦਿਆਰਥੀਆਂ ਦੀ ਆਮਦ ਵਧਣ ਦੇ ਨਾਲ ਇਮੀਗ੍ਰੇਸ਼ਨ ਸਿਸਟਮ ਉੱਤੇ ਪਿਆ ਅਸਰ। ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖਬਰ, ਸਰਕਾਰ ਨੇ ਲਿਆ ਸਖਤ ਫੈਸਲਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕੀ ਫੌਜ ਦਾ V-22 ਆਸਟਰੇ ਹੈਲੀਕਾਪਟਰ ਬੀਤੇ ਐਤਵਾਰ 27 ਅਗਸਤ ਨੂੰ ਆਸਟ੍ਰੇਲੀਆ ਵਿੱਚ ਅਭਿਆਸ ਦੇ ਦੌਰਾਨ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ 23 ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ, ਜਿਨ੍ਹਾਂ ਚੋਂ 3 ਜਾਣੇ ਬਾਅਦ ਵਿੱਚ ਸ਼ਹੀਦ ਹੋਏ। ਬਾਕੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਦੱਸਦੀ ਹੈ ਕਿ ਜਵਾਨਾਂ ਨੂੰ ਬਚਾਉਣ ਦੇ ਲਈ ਕਈ ਘੰਟਿਆਂ ਤੱਕ ਬਚਾਅ ਮੁਹਿੰਮ ਚਲਾਈ ਗਈ। ਇਹ ਹਾਦਸਾ ਡਰਵਿਨ ਸ਼ਹਿਰ ਦੇ ਤੀਵੀ ਟਾਪੂ ਦੇ ਤੱਟ ਤੇ ਸਥਾਨਕ ਸਮੇਂ ਅਨੁਸਾਰ ਸਵੇਰੇ 9:43 ਤੇ ਵਾਪਰਿਆ। ਫੌਜੀ ਅਭਿਆਸ ਵਿੱਚ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਵੀ ਸ਼ਾਮਲ ਸੀ। ਆਸਟ੍ਰੇਲੀਅਨ ਡਿਫੈਂਸ ਫੋਰਸ ਭਾਵ ADF ਨੇ ਦੱਸਿਆ ਕਿ ਇਸ ਸਮੇਂ ਅਸੀਂ ਕੇਵਲ ਸੈਨਿਕਾਂ ਨੂੰ ਬਚਾਉਣ ਤੇ ਧਿਆਨ ਦੇ ਰਹੇ ਹਾਂ। ਡਰਵਿਨ ਹਵਾਈ ਅੱਡੇ ਤੋਂ ਬਚਾਅ ਕਾਰਜ ਦੇ ਲਈ ਕੇਅਰ ਫਲਾਈਟ ਜੈਟ ਦੀ ਵਰਤੋਂ ਕੀਤੀ ਗਈ ਸੀ। ਕਈ ਸੈਨਿਕਾਂ ਨੂੰ ਇਲਾਜ ਦੇ ਲਈ ਰਾਇਲ ਡਰਵਿਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਸਾਲ ਅਮਰੀਕਾ ਤੇ ਆਸਟ੍ਰੇਲੀਆ ਵਿਚਾਲੇ ਇਹ ਸਭ ਤੋਂ ਵੱਡਾ ਅਭਿਆਸ ਹੈ। ਇਸ ਅਭਿਆਸ ਦੇ ਵਿੱਚ 150 ਅਮਰੀਕੀ ਸੈਨਿਕ ਹਿੱਸਾ ਲੈ ਰਹੇ ਨੇ। ਆਸਟ੍ਰੇਲੀਆ ਦੀ ਰੱਖਿਆ ਬਲ ਦੇ ਮੁਤਾਬਕ ਕ੍ਰੈਸ਼ ਹੋਏ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਸੈਨਿਕ ਅਮਰੀਕੀ ਸਨ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਨੇ ਇਸ ਘਟਨਾ ਤੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਇਸ ਹਾਦਸੇ ਨੂੰ ਦੁਖਦਾਈ ਦੱਸਿਆ। ਅਭਿਆਸ ਦੇ ਦੌਰਾਨ ਇਹ ਦੂਜਾ ਵੱਡਾ ਹਾਦਸਾ ਹੈ। ਇਸ ਤੋਂ ਪਹਿਲਾਂ 29 ਜੁਲਾਈ ਨੂੰ ਅਮਰੀਕਾ ਨਾਲ ਮਿਲਟਰੀ ਅਭਿਆਸ ਦੇ ਦੌਰਾਨ ਆਸਟ੍ਰੇਲੀਆਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਕਰੋੜਾਂ ਦੀ ਜਾਇਦਾਦ ਦੇ ਮਾਲਕ ਨੇ। ਉਹਨਾਂ ਦੇ ਕੋਲ ਕਈ ਲਗਜ਼ਰੀ ਕਾਰਾਂ ਦਾ ਭੰਡਾਰ ਹੈ। ਫੋਰਬਸ ਦੇ ਮੁਤਾਬਕ 2023 ਵਿੱਚ ਡੋਨਲਡ ਟਰੰਪ ਦੀ ਕੁੱਲ ਜਾਇਦਾਦ $2.5 ਬਿਲੀਅਨ ਦੱਸੀ ਗਈ ਹੈ ਅਤੇ ਉਹ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਨੇ। ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਸਾਲ 2021 ਤੋਂ ਬਾਅਦ ਟਰੰਪ ਦੀ ਜਾਇਦਾਦ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ $3.3 ਅਰਬ ਤੋਂ ਘਟ ਕੇ $2.5 ਅਰਬ ਤੇ ਪਹੁੰਚ ਗਈ ਹੈ। ਵੈਸੇ ਤਾਂ ਡੋਨਲਡ ਟਰੰਪ ਦੇ ਕੋਲ ਕਈ ਆਲੀਸ਼ਾਨ ਬੰਗਲੇ ਨੇ, ਪਰ ਇਹਨਾਂ ਚੋਂ ਸਭ ਤੋਂ ਖਾਸ ਉਹਨਾਂ ਦਾ ਫਲੋਰੀਡਾ 'ਚ ਸਥਿਤ ਮਾਰ-ਏ-ਲਾਗੋ ਬੰਗਲਾ ਹੈ, ਜਿੱਥੇ ਉਹ ਇਸ ਸਮੇਂ ਆਪਣੀ ਪਤਨੀ ਨਾਲ ਰਹਿੰਦੇ ਨੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਟਰੰਪ ਦੇ ਕੋਲ ਟਰੰਪ ਵਰਲਡ ਟਾਵਰ, ਟਰੰਪ ਪਾਰਕ ਐਵੇਨਿਊ ਗੋਲਫ ਕਲੱਬ ਅਤੇ ਹੋਰ ਵੀ ਕਈ ਕੀਮਤੀ ਜਾਇਦਾਦਾਂ ਨੇ। ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਛਪੇ ਰਿਪੋਰਟ ਦੇ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੋਲ ਰੋਲਸ ਰਾਇਸ, ਸਿਲਵਰ ਕਲਾਉਡ, ਫੈਂਟਮ, ਮਰਸੀਡੀਜ਼ ਬੈਂਜ਼, SLR, ਮੈਕਲੇਰਨ ਅਤੇ ਹੋਰ ਵੀ ਕਈ ਵੱਡੀਆਂ ਗੱਡੀਆਂ ਦਾ ਭੰਡਾਰ ਹੈ। ਇਸ ਤੋਂ ਇਲਾਵਾ ਉਹਨਾਂ ਦੇ ਕੋਲ 24 ਕੈਰਟ ਸੋਨੇ ਦਾ ਹੈਲੀਕਾਪਟਰ ਵੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਸੁਰਖੀਆਂ 'ਚ ਨੇ। ਟਰੰਪ ਨੂੰ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਹਾਲਾਂਕਿ ਉਹਨਾਂ ਨੂੰ 20 ਮਿੰਟ ਬਾਅਦ ਛੱਡ ਦਿੱਤਾ ਗਿਆ ਸੀ। ਇਹ ਗ੍ਰਿਫਤਾਰੀ 2020 ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਟਰੰਪ ਨੇ 2.5 ਸਾਲ ਬਾਅਦ ਟਵਿੱਟਰ ਯਾਨੀ ਐਕਸ ਤੇ ਵਾਪਸੀ ਕੀਤੀ ਸੀ। ਆਪਣੇ ਐਕਸ ਅਕਾਊਂਟ ਤੇ ਤਸਵੀਰ ਸ਼ੇਅਰ ਕਰਦੇ ਹੋਏ ਟਰੰਪ ਨੇ ਲਿਖਿਆ ਸੀਗਾ ਕਿ ਉਹਨਾਂ ਨੇ ਆਤਮ ਸਮਰਪਣ ਨਹੀਂ ਕੀਤਾ ਅਤੇ ਨਾ ਹੀ ਕਰਨਗੇ। ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਟਰਾਲੇ ਦੀ ਕਾਰ ਨਾਲ ਟੱਕਰ ਹੋਈ ਤੇ ਕਾਰ ਵਿੱਚ ਸਵਾਰ
ਪੰਜਾਬੀ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰਾਲੇ ਨਾਲ ਟੱਕਰ ਦੇ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਬੁਰੀ ਤਰ੍ਹਾਂ ਸੜੀ ਤੇ ਕਾਰ ਦੇ ਵਿੱਚ ਪੰਜਾਬੀ ਨੌਜਵਾਨ ਵੀ ਜ਼ਿੰਦਾ ਸੜ ਗਿਆ। ਮ੍ਰਿਤਕ ਦੀ ਪਹਿਚਾਣ ਗੁਰਸ਼ਿੰਦਰ ਸਿੰਘ ਕੋਤੜਾ ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ। ਗੁਰਿੰਦਰ ਸਿੰਘ ਭੁਲੱਥ ਜ਼ਿਲ੍ਹੇ ਦੇ ਬੇਗੋਵਾਲ ਕਸਬੇ ਕੋਲ ਪਦਾਸ ਪਿੰਡ ਵਿੱਚ ਹੈ। ਮ੍ਰਿਤਕ ਦੇ ਰਿਸ਼ਤੇਦਾਰ ਸ਼ਮਸ਼ੇਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਪਦਾਸ ਨੇ ਦੱਸਿਆ ਕਿ ਉਸਦੇ ਤਾਇਆ ਦਰਸ਼ਨ ਸਿੰਘ ਹਰਿਆਣਾ ਪੁਲਿਸ ਵਿੱਚ ਰਿਟਾਇਰਡ ਐਸਪੀ ਸਨ ਤੇ ਉਹਨਾਂ ਦਾ ਪੁੱਤਰ ਸੁਰਿੰਦਰ ਸਿੰਘ ਚੰਡੀਗੜ੍ਹ ਪੁਲਿਸ ਵਿੱਚ ਤਾਇਨਾਤ ਸੀ, ਜੋ ਹੁਣ ਆਪਣੇ ਪਰਿਵਾਰ ਨਾਲ ਕੈਨੇਡਾ 'ਚ ਰਹਿ ਰਿਹਾ ਸੀ। ਮ੍ਰਿਤਕ ਗੁਰਸ਼ਿੰਦਰ ਸਿੰਘ ਕੈਨੇਡਾ ਪੁਲਿਸ ਵਿੱਚ ਭਰਤੀ ਹੋਣ ਸੰਬੰਧੀ ਅਕੈਡਮੀ ਤੋਂ ਟ੍ਰੇਨਿੰਗ ਪੂਰੀ ਹੋਣ ਦੇ ਬਾਅਦ 23 ਅਗਸਤ ਨੂੰ ਘਰ ਤੋਂ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਟਰਾਲੀ ਨਾਲ ਟੱਕਰ ਦੇ ਬਾਅਦ ਉਸਦੀ ਕਾਰ ਵਿੱਚ ਅੱਗ ਲੱਗੀ ਤੇ ਗੁਰਸ਼ਿੰਦਰ ਸਿੰਘ ਦੀ ਮੌਤ ਹੋ ਗਈ। ਭਾਰਤੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਸੁਝਾਅ ਦਿੱਤਾ ਹੈ ਕਿ ਜੇ ਉਹ 2024 ਚ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਾਸ਼ਟਰਪਤੀ ਚੁਣੇ ਜਾਂਦੇ ਨੇ ਤਾਂ ਉਹ ਟੈਸਲਾ ਦੇ ਸੰਸਥਾਪਕ ਐਲਨ ਮਸਕ ਨੂੰ ਸਲਾਹਕਾਰ ਵਜੋਂ ਲਿਆਉਣਾ ਚਾਹੁੰਣਗੇ। ANI ਨੇ ਦਾ ਹਿਲ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ। ਰਿਪਬਲਿਕਨ ਪਾਰਟੀ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਾਸਵਾਮੀ ਨੇ ਲੋਵਾ ਵਿੱਚ ਇੱਕ ਕਸਬੇ ਦੀ ਮੀਟਿੰਗ 'ਚ ਕਿਹਾ ਕਿ ਉਹ SpaceX, ਟੈਸਲਾ ਤੇ X ਦੇ ਅਰਬਪਤੀ ਮਾਲਕ ਸਮੇਤ ਆਪਣੇ ਪ੍ਰਸ਼ਾਸਨ 'ਚ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਲਈ ਇੱਕ ਖਾਲੀ ਤਾਜ਼ਾ ਪ੍ਰਭਾਵ ਵਾਲੇ ਲੋਕਾਂ ਨੂੰ ਲਿਆਏਗਾ। ਐਲਨ ਮਸਕ ਨੇ NBC ਨਿਊਜ਼ ਦਾ ਹਵਾਲਾ ਦਿੰਦੇ ਹੋਏ ਦਾ ਹਿਲ ਦੀ ਰਿਪੋਰਟ ਦਿੱਤੀ ਹੈ। ਰਾਮਾਸਵਾਮੀ ਨੇ ਕਿਹਾ, ਮੈਨੂੰ ਹਾਲ ਹੀ ਵਿੱਚ ਐਲਨ ਮਸਕ ਨੂੰ ਚੰਗੀ ਤਰ੍ਹਾਂ ਜਾਣਨ ਦਾ ਆਨੰਦ ਮਿਲਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਵੱਧ ਰਹੀ ਗਿਣਤੀ ਨਾਲ ਨਾ ਕੇਵਲ ਹਾਊਸਿੰਗ ਸੰਬੰਧੀ ਚਿੰਤਾ ਵਧੀ ਹੈ, ਸਗੋਂ ਇਮੀਗ੍ਰੇਸ਼ਨ ਸਿਸਟਮ ਦੀ ਅਖੰਡਤਾ ਦੇ ਵਿੱਚ ਕੈਨੇਡੀਅਨਸ ਦਾ ਵਿਸ਼ਵਾਸ ਵੀ ਹਿਲ ਗਿਆ ਹੈ। ਇਸ ਸਾਲ ਕੈਨੇਡਾ 9 ਲੱਖ ਇੰਟਰਨੈਸ਼ਨਲ ਸਟੂਡੈਂਟਸ ਦਾ ਸਵਾਗਤ ਕਰਨ ਦੇ ਲਈ ਤਿਆਰ ਹੈ। ਇੱਕ ਇੰਟਰਵਿਊ ਦੇ ਵਿੱਚ ਮਿਲਰ ਨੇ ਆਖਿਆ ਕਿ ਕੈਨੇਡਾ ਦੇ ਇਤਿਹਾਸ ਵਿੱਚ ਇਹ ਅੰਕੜਾ ਕਾਫੀ ਵੱਧ ਹੈ ਤੇ ਇੱਕ ਦਹਾਕੇ ਪਹਿਲਾਂ ਨਾਲੋਂ ਇਹ ਅੰਕੜਾ 3 ਗੁਣਾ ਵੱਧ ਚੁੱਕਿਆ ਹੈ। ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵਿੱਚ ਹੋ ਰਹੇ ਇਸ ਵਾਧੇ ਵੱਲ ਇਸ ਹਫ਼ਤੇ ਉਦੋਂ ਧਿਆਨ ਗਿਆ ਜਦੋਂ ਨਵੇਂ ਹਾਊਸਿੰਗ ਮੰਤਰੀ ਫਰੇਜ਼ਰ ਨੇ ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਸੰਭਾਵੀ ਰੋਕ ਲਾਉਣ ਦਾ ਵਿਚਾਰ ਪ੍ਰਗਟਾਇਆ। ਪਰ ਮਿਲਰ ਨੇ ਕਿਹਾ ਕਿ ਕੈਨੇਡਾ ਦਾਖਲ ਹੋਣ ਵਾਲੇ ਵਿਦਿਆਰਥੀਆਂ ਉੱਤੇ ਇਸ ਤਰ੍ਹਾਂ ਰੋਕ ਨਹੀਂ ਲਾਈ ਜਾ ਸਕਦੀ। ਉਹਨਾਂ ਨੇ ਕਿਹਾ ਕਿ ਇਹ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਮਿਲਰ ਨੇ ਆਖਿਆ ਕਿ ਕੁਝ ਲੋਕ ਨੇ ਜਿਹੜੇ ਸਿਸਟਮ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਨਾਲ ਕਾਨੂੰਨੀ ਢੰਗ ਨਾਲ ਕੈਨੇਡਾ ਆਉਣ ਵਾਲਿਆਂ ਉੱਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਕਿਸੇ ਉੱਤੇ ਤੌਮਤ ਨਹੀਂ ਲਾਉਣਾ ਚਾਹੁੰਦੇ, ਪਰ ਉਹਨਾਂ ਦਾ ਧਿਆਨ ਕੁਝ ਪ੍ਰਾਈਵੇਟ ਕਾਲਜਸ ਉੱਤੇ ਕੇਂਦਰਿਤ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪ੍ਰੋਵਿੰਸਾਂ ਦੇ ਨਾਲ ਮਿਲ ਕੇ ਤੁਰੰਤ ਜਾਂ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਆਸਟ੍ਰੇਲੀਆ ਨੇ ਆਪਣੇ ਵਿਦਿਆਰਥੀ ਵੀਜ਼ਾ ਨਿਯਮ ਨੂੰ ਸਖਤ ਕਰ ਦਿੱਤਾ ਹੈ। ਆਪਣੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਦੀ ਅਖੰਡਤਾ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਇੱਕ ਕਦਮ ਵਿੱਚ ਆਸਟ੍ਰੇਲੀਆਈ ਸਰਕਾਰ ਨੇ ਇੱਕ ਵੀਜ਼ਾ ਕਮੀ ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੇਸ਼ ਵਿੱਚ ਆਉਣ ਤੇ ਸਸਤੇ ਕਿੱਤਾ ਮੁਖੀ ਕੋਰਸਾਂ ਵਿੱਚ ਦਾਖਲਾ ਲੈਣ ਦੀ ਆਗਿਆ ਦਿੱਤੀ ਗਈ ਸੀ। ਸਮਕਾਲੀ ਅਧਿਨਿਯਮ ਜਿਸ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਉਹਨਾਂ ਦੀ ਪ੍ਰਾਇਮਰੀ ਪੜ੍ਹਾਈ ਦੇ ਨਾਲ ਪੂਰਕ ਕੋਰਸ ਕਰਨ ਦੀ ਆਗਿਆ ਦਿੱਤੀ ਸੀ। ਸ਼ੁਰੂ ਵਿੱਚ ਥੋੜੇ ਸਮੇਂ ਦੇ ਕੋਰਸਾਂ ਰਾਹੀਂ ਉਹਨਾਂ ਦੀ ਨੌਕਰੀ ਦੀ ਤਿਆਰੀ ਨੂੰ ਵਧਾਉਣ ਦੇ ਲਈ ਤਿਆਰ ਕੀਤਾ ਗਿਆ ਸੀ। ਹਾਲਾਂਕਿ ਜਾਂਚਾਂ ਤੋਂ ਪਤਾ ਲੱਗਿਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਆਪਣੀ ਯੂਨੀਵਰਸਿਟੀ ਪ੍ਰੋਗਰਾਮਸ ਨੂੰ ਛੱਡ ਕੇ ਅਤੇ ਸਥਾਈ ਤੌਰ ਤੇ ਘੱਟ ਮਹਿੰਗੇ ਕੋਰਸਾਂ 'ਚ ਤਬਦੀਲ ਹੋ ਕੇ ਇਸ ਨਿਯਮ ਦਾ ਫਾਇਦਾ ਚੁੱਕ ਰਹੇ ਸੀ। ਸਮਕਾਲੀ ਅਧਿਐਨ ਦੀ ਵਰਤੋਂ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ। 2023 ਦੇ ਪਹਿਲੇ ਅੱਧ ਵਿੱਚ 17,000 ਸਮਕਾਲੀ ਨਾਮਕਰਨ ਦਰਜ ਕੀਤੇ ਗਏ। ਇਹ ਅੰਕੜਾ 2019 ਅਤੇ 2022 ਵਿੱਚ ਇਸ ਸਮੇਂ ਦੌਰਾਨ ਕੁੱਲ ਮਿਲਾ ਕੇ ਕੁੱਲ 10,500 ਦਾਖਲਿਆਂ ਨਾਲ ਬਿਲਕੁਲ ਉਲਟ ਹੈ। ਇੰਟਰਨੈਸ਼ਨਲ ਸਟੂਡੈਂਟਸ ਦੀ ਵਿੱਤੀ ਭਲਾਈ ਨੂੰ ਹੋਰ ਯਕੀਨੀ ਬਣਾਉਣ ਦੇ ਲਈ ਸਰਕਾਰ ਵਿਦਿਆਰਥੀ ਵੀਜ਼ਾ ਅਰਜ਼ੀ ਲਈ ਲੋੜੀਂਦੀ ਬਚਤ ਦੀ ਮਾਤਰਾ ਵਧਾਏਗੀ। ਅਕਤੂਬਰ ਤੋਂ ਪ੍ਰਭਾਵੀ ਵਿਦੇਸ਼ੀ ਵਿਦਿਆਰਥੀਆਂ ਨੂੰ ਬਚਤ ਦੇ ਵਿੱਚ 24,505 ਆਸਟ੍ਰੇਲੀਆਈ ਡਾਲਰ ਦਾ ਸਬੂਤ ਦਿਖਾਉਣ ਦੀ ਲੋੜ ਹੋਏਗੀ, ਜੋ ਮੌਜੂਦਾ ਲੋੜ ਤੋਂ 17% ਵਾਧੇ ਨੂੰ ਦਰਸਾਉਂਦੀ ਹੈ। ਇਹ ਯੋਜਨਾ ਉੱਚ ਰਹਿਣ ਸਹਿਣ ਦੇ ਖਰਚਿਆਂ ਲਈ ਲੇਖਾ ਜੋਖਾ ਕਰਦੀ ਹੈ, ਜੋ ਵਿਦਿਆਰਥੀਆਂ ਨੂੰ ਆਸਟ੍ਰੇਲੀਆ 'ਚ ਆਪਣੇ ਠਹਿਰਨ ਦੌਰਾਨ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ ਸਿੱਖਿਆ ਮੰਤਰੀ ਜੇਸਨ ਨੇ ਕਿਹਾ ਕਿ ਇਹ ਫੌਰੀ ਤਬਦੀਲੀ ਉਹਨਾਂ ਅਭਿਆਸਾਂ ਨੂੰ ਘਟਾਏਗੀ ਜੋ ਸੰਭਾਵੀ ਤੌਰ ਤੇ ਸਿੱਖਿਆ ਦੀ ਗੁਣਵੱਤਾ ਨੂੰ ਕਮਜ਼ੋਰ ਕਰ ਸਕਦੇ ਨੇ ਅਤੇ ਇੰਟਰਨੈਸ਼ਨਲ ਐਜੂਕੇਸ਼ਨ ਯਾਨੀ ਕਿ ਅੰਤਰਰਾਸ਼ਟਰੀ ਸਿੱਖਿਆ ਦੇ ਆਰਥਿਕ ਯੋਗਦਾਨ ਦੇ ਨਾਲ ਸਮਝੌਤਾ ਕਰ ਸਕਦੇ ਨੇ, ਜੋ ਕਿ ਆਸਟ੍ਰੇਲੀਆ ਦੇ ਚੌਥੇ ਸਭ ਤੋਂ ਵੱਡੇ ਨਿਰਯਾਤ ਉਦਯੋਗ ਵਜੋਂ ਦਰਜਾਬੰਦੀ ਕਰਦਾ ਹੈ। ਆਸਟ੍ਰੇਲੀਆਈ ਸਰਕਾਰ ਦੀ ਤੁਰੰਤ ਕਾਰਵਾਈ ਇਸ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਦੀ ਸਾਖ ਅਤੇ
ਮੁੱਲ ਨੂੰ ਬਣਾਈ ਰੱਖਣ ਦੇ ਲਈ ਉਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਜਾਣਕਾਰੀ ਇੱਕ ਨਿੱਜੀ ਅਖਬਾਰ 'ਚੋਂ ਲਈ ਗਈ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਅਮਰੀਕੀ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਦਾ ਮੰਨਣਾ ਹੈ ਕਿ ਭਾਰਤ ਦੇ ਨਾਲ ਮਜ਼ਬੂਤ ਰਿਸ਼ਤੇ ਚੀਨ ਤੋਂ ਆਰਥਿਕ ਆਜ਼ਾਦੀ ਐਲਾਨਣ ਦੇ ਵਿੱਚ ਅਮਰੀਕਾ ਲਈ ਮਦਦਗਾਰ ਹੋ ਸਕਦੇ ਨੇ। ਰਾਮਾਸਵਾਮੀ ਅੰਡੇਮਾਨ ਸਾਗਰ ਵਿੱਚ ਫੌਜੀ ਸੰਬੰਧਾਂ ਸਣੇ ਨਵੀਂ ਦਿੱਲੀ ਨਾਲ ਮਜ਼ਬੂਤ ਰਣਨੀਤਿਕ ਰਿਸ਼ਤਿਆਂ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਰਾਮਾਸਵਾਮੀ 38 ਸਾਲ ਦੀ ਉਮਰ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਸਭ ਤੋਂ ਨੌਜਵਾਨ ਰਿਪਬਲਿਕਨ ਉਮੀਦਵਾਰ ਹੋਣਗੇ। ਉਹ ਅੱਜਕੱਲ ਲੋਆ ਸੂਬੇ ਦੇ 2 ਰੋਜ਼ਾ ਦੌਰੇ ਤੇ ਨੇ। ਲੋਆ 15 ਜਨਵਰੀ ਤੋਂ 2024 ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਸੀਜ਼ਨ ਦਾ ਆਗਾਜ਼ ਕਰੇਗਾ। ਰਾਮਾਸਵਾਮੀ ਨੇ ਇਸ ਖਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਕਿਹਾ, ਅਮਰੀਕਾ ਤੇ ਭਾਰਤ ਦੇ ਮਜ਼ਬੂਤ ਰਿਸ਼ਤੇ ਅਮਰੀਕਾ ਨੂੰ ਚੀਨ ਤੋਂ ਆਰਥਿਕ ਆਜ਼ਾਦੀ ਐਲਾਨਣ ਵਿੱਚ ਮਦਦਗਾਰ ਹੋ ਸਕਦੇ ਨੇ। ਅਮਰੀਕਾ ਅੱਜ ਆਰਥਿਕ ਤੌਰ ਤੇ ਚੀਨ ਉੱਤੇ ਨਿਰਭਰ ਹੈ, ਪਰ ਭਾਰਤ ਨਾਲ ਮਜ਼ਬੂਤ ਰਿਸ਼ਤਿਆਂ ਦੀ ਸੂਰਤ ਵਿੱਚ ਚੀਨ ਨਾਲ ਇਸ ਰਿਸ਼ਤੇ ਤੋਂ ਆਜ਼ਾਦੀ ਐਲਾਨਣੀ ਸੁਖਾਲੀ ਹੋ ਜਾਏਗੀ। ਦੂਜੀ ਪੀੜ੍ਹੀ ਦੇ ਭਾਰਤੀ ਅਮਰੀਕੀ ਰਾਮਾਸਵਾਮੀ ਨੇ 2014 ਵਿੱਚ ਰੋਇਵੈਂਟ ਸਾਇੰਸ ਦੀ ਸਥਾਪਨਾ ਕੀਤੀ ਅਤੇ 2015 ਤੇ 2016 ਵਿੱਚ ਸਭ ਤੋਂ ਵੱਡੇ ਬਾਇਓਟੈਕ IPOs ਦੀ ਅਗਵਾਈ ਕੀਤੀ। ਮਿਲਵਾਕੀ ਵਿੱਚ 23 ਅਗਸਤ ਨੂੰ ਰਾਸ਼ਟਰਪਤੀ ਚੋਣਾਂ ਦੀ ਪਲੇਠੀ ਡਿਬੇਟ ਦੌਰਾਨ ਰਾਮਾਸਵਾਮੀ ਦੇ ਪੋਲਿੰਗ ਨੰਬਰਾਂ ਵਿੱਚ ਇਜ਼ਾਫਾ ਹੋਇਆ। ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨਸ ਪਾਰਟੀ ਦੇ ਹੋਰਨਾਂ ਉਮੀਦਵਾਰਾਂ ਵਿੱਚ ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਤੇ ਦੱਖਣੀ ਕੈਰੋਲੀਨਾ ਦੇ ਰਾਜਪਾਲ ਨਿੱਕੀ ਹੇਲੀ ਸ਼ਾਮਲ ਸਨ। ਰਾਮਾਸਵਾਮੀ ਇਸ ਦੌੜ ਵਿੱਚ ਅਚਾਨਕ ਅੱਗੇ ਨਿਕਲੇ ਨੇ। ਈਰਾਨ ਦੇ ਇੱਕ ਕੋਰਟ ਨੇ ਅਮਰੀਕਾ ਤੇ ਤਖਤਾ ਪਲਟ ਦੀ ਕੋਸ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਉਂਦਿਆਂ 2.72 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ। ਕੋਰਟ ਨੇ ਕਿਹਾ ਕਿ 1979 ਦੀ ਇਸਲਾਮਿਕ ਕ੍ਰਾਂਤੀ ਵਿੱਚ ਅਮਰੀਕੀ ਹਮਾਇਤੀ ਸ਼ਾਹ ਮੁਹੰਮਦ ਦੀ ਸੱਤਾ ਦਾ ਅੰਤ ਹੋ ਗਿਆ ਸੀ। ਇਸ ਤੋਂ ਲਗਭਗ 1 ਸਾਲ ਬਾਅਦ 1980 ਵਿੱਚ ਕਈ ਆਰਮੀ ਅਫਸਰਾਂ ਨੇ ਮਿਲ ਕੇ ਤਖਤਾ ਪਲਟ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਮੰਤਵ ਦੇਸ਼ ਭਰ ਵਿੱਚ ਫੌਜੀ ਟਿਕਾਣਿਆਂ ਤੇ ਕਬਜ਼ਾ ਕਰਨਾ, ਰਣਨੀਤਿਕ ਕੇਂਦਰਾਂ ਤੇ ਕ੍ਰਾਂਤੀ ਵਿੱਚ ਸ਼ਾਮਲ ਰਹੇ ਨੇਤਾਵਾਂ ਦੀਆਂ ਰਿਹਾਇਸ਼ਾਂ ਨੂੰ ਨਿਸ਼ਾਨਾ ਬਣਾਉਣਾ ਸੀ। ਹਾਲਾਂਕਿ ਉਹਨਾਂ ਦੀ ਇਹ ਕੋਸ਼ਿਸ਼ ਅਸਫਲ ਰਹੀ। ਵਿਦਰੋਹੀਆਂ ਦੀ ਅਗਵਾਈ ਸਾਬਕਾ ਇਰਾਨੀ ਹਵਾਈ ਫੌਜੀ ਕਮਾਂਡਰ ਸਾਇਦ ਨੇ ਕੀਤੀ ਸੀ ਅਤੇ ਉਹਨਾਂ ਦਾ ਮੁੱਖ ਦਫ਼ਤਰ ਨੇਜੋ ਵਿੱਚ ਸੀ। ਇਹ ਪੱਛਮੀ ਹਮੀਦਾਨ ਸੂਬੇ ਵਿੱਚ ਇੱਕ 에ਅਰ ਬੇਸ ਸੀ। ਫਲੋਰੀਡਾ ਦੇ ਜੈਕਸਨਵਿਲੇ ਵਿੱਚ ਡਾਲਰ ਜਨਰਲ ਸਟੋਰ ਵਿੱਚ ਇੱਕ ਗੋਰੇ ਨੇ ਗੋਲੀਆਂ ਮਾਰ ਕੇ 3 ਸਿਆਫਾਮ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਹਾਲਾਂਕਿ ਸ਼ੂਟਰ ਨੇ ਮਗਰੋਂ ਖੁਦ ਨੂੰ ਗੋਲੀ ਮਾਰ ਲਈ। ਸਥਾਨਕ ਸ਼ੈਰਿਫ ਟੀਕੇ ਵਾਟਰਸ ਨੇ ਇਸ ਨੂੰ ਨਸਲੀ ਹਮਲਾ ਕਰਾਰ ਦਿੱਤਾ ਸੀ। ਵਾਟਰਸ ਨੇ ਕਿਹਾ ਸੀਗਾ ਕਿ ਹਮਲਾਵਰ, ਜਿਸ ਦੀ ਉਮਰ 20 ਸਾਲ ਦੇ ਕਰੀਬ ਸੀ, ਸਿਆਫਾਮ ਲੋਕਾਂ ਨੂੰ ਨਫ਼ਰਤ ਕਰਦਾ ਸੀ ਅਤੇ ਉਸਨੇ ਹਮਲੇ ਲਈ ਗਲੋਕ ਹੈਂਡਗਨ ਤੇ 에ਅਰ 15 ਸੈਮੀ ਆਟੋਮੈਟਿਕ ਰਾਈਫਲ ਦੀ ਵਰਤੋਂ ਕੀਤੀ ਸੀ। ਇਹਨਾਂ ਹਥਿਆਰਾਂ ਵਿੱਚੋਂ ਇੱਕ ਤੇ ਪੇਂਟ ਨਾਲ ਸਵਾਸਤਿਕ ਦਾ ਨਿਸ਼ਾਨ ਸੀ। ਹਮਲਾਵਰ ਵੱਲੋਂ ਪਿੱਛੇ ਛੱਡੀ ਇੱਕ ਲਿਖਤ ਤੋਂ ਤਫਤੀਸ਼ਕਾਰਾਂ ਨੂੰ ਲੱਗਦਾ ਹੈ ਕਿ ਹਮਲਾ ਅਜਿਹੇ ਮੌਕੇ ਕੀਤਾ ਗਿਆ ਕਿਉਂਕਿ ਜਦੋਂ ਜੈਕਸਨਵਿਲੇ ਵਿੱਚ 5 ਸਾਲ ਪਹਿਲਾਂ ਵੀਡੀਓ ਗੇਮ ਟੂਰਨਾਮੈਂਟ ਦੌਰਾਨ ਇੱਕ ਬੰਦੂਕਧਾਰੀ ਨੇ 2 ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਲਈ ਸੀ। ਗੋਲੀਬਾਰੀ ਦੀ ਘਟਨਾ ਸ਼ਨੀਚਰਵਾਰ ਦੁਪਹਿਰ 2 ਵਜੇ ਦੇ ਕਰੀਬ ਐਡਵਰਡ ਵਾਟਰਸ ਯੂਨੀਵਰਸਿਟੀ ਨੇੜਲੇ ਡਾਲਰ ਜਨਰਲ ਸਟੋਰ ਵਿੱਚ ਹੋਈ ਸੀ। ਵਾਟਰਸ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਸ਼ੂਟਰ ਨੇ ਆਪਣੇ ਪਿਤਾ ਨੂੰ ਸੁਨੇਹਾ ਭੇਜਿਆ ਸੀਗਾ ਕਿ ਉਹ ਉਸ ਦਾ ਕੰਪਿਊਟਰ ਚੈੱਕ ਕਰਨ। ਪਿਤਾ ਨੇ ਜਦੋਂ ਕੰਪਿਊਟਰ ਖੋਲ੍ਹਿਆ ਤਾਂ ਉੱਥੇ ਕੁਝ ਲਿਖਤਾਂ ਸੀ, ਜਿਸ ਨੂੰ ਪੜ੍ਹ ਕੇ ਪਰਿਵਾਰ ਨੇ ਫੌਰੀ 9/11 ਨੂੰ ਸੂਚਿਤ ਕੀਤਾ, ਪਰ ਗੋਲੀਬਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਬ੍ਰਿਟਿਸ਼ ਪੁਲਿਸ ਦਾ ਕਹਿਣਾ ਹੈ ਕਿ ਉਸ ਵੱਲੋਂ UK ਵਿੱਚ ਉਹਨਾਂ 88 ਲੋਕਾਂ ਦੀਆਂ ਮੌਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕੈਨੇਡਾ ਆਧਾਰਿਤ ਉਹਨਾਂ ਵੈਬਸਾਈਟਾਂ ਤੋਂ ਉਤਪਾਦ ਖਰੀਦੇ ਸੀ ਜਿਹੜੀਆਂ ਕਥਿਤ ਤੌਰ ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕਗਾਰ ਤੇ ਪਹੁੰਚੇ ਲੋਕਾਂ ਨੂੰ ਮਾਰੂ ਪਦਾਰਥ ਪੇਸ਼ ਕਰਦੀਆਂ ਨੇ। ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਉਸ ਵੱਲੋਂ UK 'ਚ 232 ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ਜਿਨ੍ਹਾਂ ਨੇ ਅਪ੍ਰੈਲ ਤੱਕ ਪਿਛਲੇ 2 ਸਾਲਾਂ ਦੌਰਾਨ ਵੈਬਸਾਈਟਾਂ ਤੋਂ ਪਦਾਰਥ ਖਰੀਦੇ ਸੀ, ਜਿਨ੍ਹਾਂ 'ਚੋਂ 88 ਲੋਕਾਂ ਦੀ ਮੌਤ ਹੋ ਚੁੱਕੀ ਹੈ। ਏਜੰਸੀ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਇਹਨਾਂ ਮੌਤਾਂ ਦਾ ਸਿੱਧਾ ਕਾਰਨ ਰਸਾਇਣ ਸੀ, ਪਰ ਉਸਨੇ ਅਪਰਾਧਕ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਕੈਨੇਥ ਲਾਅ ਨਾਂ ਦੇ ਇੱਕ ਕੈਨੇਡੀਅਨ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਸ਼ੁਰੂ ਹੋਈਆਂ ਕੌਮਾਂਤਰੀ ਪੜਤਾਲਾਂ ਦਾ ਹਿੱਸਾ ਹੈ। ਕੈਨੇਥ ਤੇ ਖੁਦਕੁਸ਼ੀ ਕਰਨ 'ਚ ਮਦਦ ਕਰਨ ਦੇ ਦੋਸ਼ ਲਗਾਏ ਗਏ ਨੇ। ਲਾਅ ਨੂੰ ਟੋਰਾਂਟੋ 'ਚ ਆਤਮ ਹੱਤਿਆ 'ਚ ਸਹਾਇਤਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸੁਣਵਾਈ 8 ਸਤੰਬਰ ਤੱਕ ਮੁਲਤਵੀ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉਹ ontario ਦੀ ਬ੍ਰੈਂਪਟਨ ਵਿੱਚ ਅਦਾਲਤ 'ਚ ਕੁਝ ਸਮੇਂ ਲਈ ਹਾਜ਼ਰ ਹੋਇਆ ਸੀ। ਮੰਨਿਆ ਜਾਂਦਾ ਹੈ ਕਿ 57 ਸਾਲਾ ਲਾਅ ਨੇ ਆਤਮ ਹੱਤਿਆ 'ਚ ਸਹਾਇਤਾ ਲਈ ਉਪਕਰਨ ਵੇਚਣ ਵਾਲੀਆਂ ਕਈ ਵੈਬਸਾਈਟਸ ਚਲਾਈਆਂ ਨੇ। ਕੈਨੇਡੀਆਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹਨਾਂ ਤੋਂ 40 ਤੋਂ ਵੱਧ ਦੇਸ਼ਾਂ 'ਚ ਗ੍ਰਾਹਕਾਂ ਨੂੰ 1200 ਪੈਕੇਜ ਭੇਜੇ। ਹਾਲਾਂਕਿ ਇਹ ਪਤਾ ਨਹੀਂ ਹੈ ਕਿ ਕਿੰਨੀਆਂ 'ਚ ਜ਼ਹਿਰੀਲਾ ਪਦਾਰਥ ਸ਼ਾਮਲ ਸੀ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਅਪ੍ਰੈਲ 'ਚ ਟੋਰਾਂਟੋ ਖੇਤਰ 'ਚ ਇੱਕ ਨੌਜਵਾਨ ਦੀ ਅਚਾਨਕ ਮੌਤ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
यूके च लॉ ਅਤੇ ਮੌਤਾਂ ਵਿਚਕਾਰ ਕਥਿਤ ਸੰਬੰਧ ਪਹਿਲੀ ਵਾਰ ਉਸ ਮਹੀਨੇ ਦਾ ਟਾਈਮਜ਼ ਵੱਲੋਂ ਇੱਕ ਗੁਪਤ ਜਾਂਚ ਵਿੱਚ ਸਾਹਮਣੇ ਆਏ ਸੀ। ਨੈਸ਼ਨਲ ਕ੍ਰਾਈਮ ਏਜੰਸੀ ਦੇ ਡਿਪਟੀ ਡਾਇਰੈਕਟਰ ਕਰੇਗ ਨੇ ਕਿਹਾ ਕਿ ਮਰਨ ਵਾਲਿਆਂ ਦੇ ਅਜ਼ੀਜ਼ਾਂ ਨਾਲ ਸਾਡੀ ਡੂੰਗੀ ਹਮਦਰਦੀ ਹੈ। ਉਹਨਾਂ ਨੂੰ ਪੁਲਿਸ ਬਲਾਂ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਕਾਰੀਆਂ ਦੁਆਰਾ ਸਹਾਇਤਾ ਦਿੱਤੀ ਜਾ ਰਹੀ ਹੈ। ਕੈਨੇਡਾ ਸਰਕਾਰ ਅਮਰੀਕਾ ਵੱਲੋਂ ਕੈਨੇਡੀਅਨ ਸੌਫਟਵੁੱਡ ਲੰਬਰ ਤੇ ਡਿਊਟੀ ਲਗਾਉਣ ਦੇ ਤਾਜ਼ਾ ਫੈਸਲਿਆਂ ਦਾ ਵਿਰੋਧ ਕਰ ਰਹੀ ਹੈ। ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਨ ਜ਼ੀ ਦਾ ਕਹਿਣਾ ਸੀਗਾ ਪਿਛਲੇ ਦਿਨੀ ਕਿ ਕੈਨੇਡਾ ਸਰਕਾਰ ਅਮਰੀਕਾ ਦੇ ਟ੍ਰੈਜ਼ਰੀ ਵਿਭਾਗ ਵੱਲੋਂ ਪਿਛਲੇ ਮਹੀਨੇ ਕੀਤੇ ਡਿਊਟੀਆਂ ਦੇ ਮੁਲਾਂਕਣ ਦੇ ਜੁਡੀਸ਼ੀਅਲ ਰਿਵਿਊ ਦੀ ਮੰਗ ਕਰ ਰਿਹਾ ਹੈ। ਕੈਨੇਡਾ ਨੇ ਅਮਰੀਕਾ ਵੱਲੋਂ ਡਿਊਟੀਆਂ ਲਾਉਣ ਦੇ ਇਸ ਫੈਸਲੇ ਨੂੰ ਅਣਉਚਿਤ, ਗੈਰ ਵਾਜਬ ਅਤੇ ਗੈਰ ਕਾਨੂੰਨੀ ਦੱਸਿਆ ਸੀ। ਦੋਹਾਂ ਦੇਸ਼ਾਂ ਵਿਚਾਲੇ ਹੋਏ ਪਿਛਲੇ ਕੋਟਾ ਸਮਝੌਤੇ ਦੀ ਮਿਆਦ ਸਾਲ 2015 ਚ ਖਤਮ ਹੋ ਗਈ ਸੀ ਅਤੇ ਇਸ ਸਾਲ ਜੁਲਾਈ ਦੇ ਅਖੀਰ ਵਿੱਚ ਵਾਸ਼ਿੰਗਟਨ ਨੇ ਕੈਨੇਡਾ ਦੇ ਲੱਕੜ ਸੈਕਟਰ ਤੇ 7.99% ਡਿਊਟੀ ਦਰ ਲਗਾ ਦਿੱਤਾ ਸੀ। ਵਪਾਰ ਮੰਤਰੀ ਮੈਰੀ ਨੇ ਇੱਕ ਬਿਆਨ ਦੇ ਵਿੱਚ ਪਿਛਲੇ ਦਿਨੀ ਕਿਹਾ ਸੀਗਾ ਕਿ ਕਈ ਸਾਲਾਂ ਤੋਂ ਸੰਯੁਕਤ ਰਾਜ ਅਮਰੀਕਾ ਨੇ ਕੈਨੇਡੀਅਨ ਸੌਫਟਵੁੱਡ ਲੱਕੜ ਤੇ ਅਣਉਚਿਤ, ਗੈਰ ਵਾਜਬ ਅਤੇ ਗੈਰ ਕਾਨੂੰਨੀ ਡਿਊਟੀਆਂ ਲਾਈਆਂ ਸੀ, ਜਿਸ ਨਾਲ ਕੈਨੇਡੀਅਨ ਉਦਯੋਗ ਨੂੰ ਨੁਕਸਾਨ ਪਹੁੰਚ ਗਿਆ ਸੀ ਅਤੇ ਦੋਵਾਂ ਦੇਸ਼ਾਂ ਵਿੱਚ ਘਰਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਸੀ। ਇਸ ਦੇ ਨਾਲ ਹੀ ਐਨਜੀ ਨੇ ਅਮਰੀਕੀ ਹਮਰੁਤਬਾ ਕੈਥਰੀਨ ਟੇ ਨੂੰ ਬੈਠ ਕੇ ਗੱਲਬਾਤ ਰਾਹੀਂ ਇਸ ਦਹਾਕਿਆਂ ਪੁਰਾਣੇ ਵਿਵਾਦ ਦਾ ਹੱਲ ਕੱਢਣ ਦੀ ਅਪੀਲ ਕੀਤੀ ਸੀ। ਹਾਲਾਂਕਿ ਆਪਸੀ ਸਮਝੌਤਾ ਚੁਣੌਤੀਪੂਰਨ ਸੀ ਕਿਉਂਕਿ ਅਮਰੀਕਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਰੈਗੂਲੇਟਰੀ ਸਿਸਟਮ ਕਰਕੇ ਅਮਰੀਕਾ ਦੇ ਉਤਪਾਦਕਾਂ ਨੂੰ ਨੁਕਸਾਨ ਹੁੰਦਾ ਹੈ। ਕੈਥਰੀਨ ਨੇ ਕਿਹਾ ਕਿ ਅਮਰੀਕਾ ਗੱਲਬਾਤ ਦੇ ਲਈ ਕੇਵਲ ਉਦੋਂ ਤਿਆਰ ਹੋਏਗਾ ਜਦੋਂ ਕੈਨੇਡਾ ਆਪਣੀ ਉਸ ਪ੍ਰਣਾਲੀ ਨੂੰ ਬੰਦ ਕਰੇਗਾ ਜਿਸ ਤਹਿਤ ਸੂਬਿਆਂ ਨੂੰ ਕਰਾਊਨ ਤੇ ਜ਼ਮੀਨ ਤੇ ਲੱਗੇ ਟਿੰਬਰ ਦੀ ਕੀਮਤ ਤੈਅ ਕਰਨ ਦੀ ਆਗਿਆ ਹੁੰਦੀ ਹੈ। ਦਰਅਸਲ ਅਮਰੀਕਾ ਕਹਿੰਦਾ ਹੈ ਕਿ ਕੈਨੇਡਾ ਦੇ ਲੰਬਰ ਉਤਪਾਦਕ ਅਮਰੀਕਾ 'ਚ ਘੱਟ ਕੀਮਤਾਂ ਤੇ ਲੰਬਰ ਪਹੁੰਚਦੀ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਕੈਨੇਡਾ ਸਰਕਾਰ ਤੋਂ ਸਬਸਿਡੀ ਮਿਲਦੀ ਹੈ, ਪਰ ਇਸ ਨਾਲ ਅਮਰੀਕੀ ਲੰਬਰ ਪ੍ਰਭਾਵਿਤ ਹੁੰਦੀ ਹੈ। ਮਿਸੀਸਾਗਾ ਵਿੱਚ ਪੁਲਿਸ ਵੱਲੋਂ ਮੈਰੀਜੁਆਨਾ ਦੀ ਡਿਸਪੈਂਸਰੀ ਉੱਤੇ ਮਾਰੇ ਗਏ ਛਾਪੇ ਤੋਂ ਬਾਅਦ 2 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਡੰਡਾਸ ਸਟਰੀਟ ਦੇ ਦੱਖਣ ਵੱਲ 2563 ਹੌਰਨਟਾਰੀਓ ਸਟਰੀਟ ਉੱਤੇ ਸਥਿਤ ਦੁਕਾਨ ਗੈਰ ਕਾਨੂੰਨੀ ਢੰਗ ਨਾਲ ਬਿਨਾਂ ਲਾਇਸੈਂਸ ਦੇ ਚਲਾਈ ਜਾ ਰਹੀ ਸੀ। 25 ਅਗਸਤ ਦੀ ਦੁਪਹਿਰ ਨੂੰ ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਤੇ ਸਟ੍ਰੈਟੇਜਿਕ ਟੈਕਨੀਕਲ ਇਨਫੋਰਸਮੈਂਟ ਪੁਲਿਸਿੰਗ ਦੇ ਅਧਿਕਾਰੀਆਂ ਵੱਲੋਂ ਸਰਚ ਵਾਰੰਟ ਕਢਵਾ ਕੇ ਇੱਥੇ ਛਾਪਾ ਮਾਰਿਆ ਗਿਆ। ਪੁਲਿਸ ਨੇ ਦੱਸਿਆ ਕਿ ਇੱਥੋਂ ਉਹਨਾਂ ਨੂੰ ਨਸ਼ਿਆਂ, ਡਰੱਗ, ਪੈਰਾਫਰਨੇਲੀਆ ਤੇ ਬੀਬੀ ਹੈਂਡਗਨ ਦੀ ਬਰਾਮਦ ਹੋਈ। ਮਿਸੀਸਾਗਾ ਦੇ 42 ਸਾਲਾ ਡੈਨਿਸ ਨੂੰ ਵੇਚਣ ਦੇ ਇਰਾਦੇ ਨਾਲ ਮੈਰੀਜੁਆਨਾ ਕੋਲ ਰੱਖਣ ਦੇ ਚਾਰਜ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਪਿਛਲੇ ਦਿਨੀ ਕਿੰਗ ਚਾਰਲਸ 3 ਨੇ ਇੱਕ ਬਿਆਨ ਜਾਰੀ ਕੀਤਾ ਸੀ ਤੇ ਬਿਆਨ ਜਾਰੀ ਕਰਕੇ ਕਿਹਾ ਸੀਗਾ ਕਿ ਉਹ ਅਤੇ ਉਹਨਾਂ ਦੀ ਪਤਨੀ ਕੈਮਲਾ ਬ੍ਰਿਟਿਸ਼ ਕੋਲੰਬੀਆ ਤੇ ਨਾਰਥ ਵੈਸਟ ਟੈਰੀਟਰੀਜ਼ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਐਲਾਨੀ ਗਈ ਐਮਰਜੈਂਸੀ ਕਾਰਨ ਕਾਫੀ ਚਿੰਤਤ ਨੇ। ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਇੱਕ ਬਿਆਨ 'ਚ ਕਿਹਾ ਕਿ ਉਹ ਸਮਝਦੇ ਨੇ ਕਿ ਇਸ ਸਾਲ ਗਰਮੀਆਂ ਦਾ ਮੌਸਮ ਕੈਨੇਡੀਅਨ ਲੋਕਾਂ ਲਈ ਕਾਫੀ ਔਖਾ ਸੀ, ਜਿਸ ਵਿੱਚ ਭਿਆਨਕ ਹੜ੍ਹ, ਤਬਾਹਕਾਰੀ, ਜੰਗਲਾਂ ਦੀ ਅੱਗ ਅਤੇ ਪੂਰੇ ਦੇਸ਼ 'ਚ ਹਵਾ ਦੀ ਗੁਣਵੱਤਾ 'ਚ ਗਿਰਾਵਟ ਦੇਖੀ ਗਈ। ਰਾਜਾ ਚਾਰਲਸ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਲੋਕਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰ ਰਹੇ ਨੇ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗਵਾ ਲਿਆ ਅਤੇ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਨੇ ਜਿਨ੍ਹਾਂ ਨੂੰ ਆਪਣੇ ਘਰ ਛੱਡਣੇ ਪਏ ਜਾਂ ਫਿਰ ਜਿਨ੍ਹਾਂ ਨੇ ਆਪਣੇ ਘਰ, ਕਾਰੋਬਾਰ ਜਾਂ ਜਾਇਦਾਦਾਂ ਨੂੰ ਗਵਾ ਲਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀਗਾ ਕਿ ਫੈਡਰਲ ਸਰਕਾਰ ਨੂੰ ਇਹ ਸੁਣ ਕੇ ਕਾਫੀ ਰਾਹਤ ਮਿਲੀ ਹੈ ਕਿ ਬ੍ਰਿਟਿਸ਼ ਕੋਲੰਬੀਆ ਤੇ ਨਾਰਥ ਵੈਸਟ ਟੈਰੀਟਰੀਜ਼ 'ਚ ਅੱਗ ਸ਼ਾਂਤ ਹੈ ਅਤੇ ਕਾਬੂ ਹੇਠ ਹੋ ਰਹੀ ਹੈ। ਚਾਰਲੇਲ ਟਾਊਨ 'ਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਐਮਰਜੈਂਸੀ ਮੰਤਰੀ ਹਰਜੀਤ ਸਿੰਘ ਸੱਜਣ ਨੇ ਬ੍ਰਿਟਿਸ਼ ਕੋਲੰਬੀਆ ਤੋਂ ਸੋਮਵਾਰ ਨੂੰ ਇੱਕ ਬੈਠਕ ਵਿੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਭਾਵਿਤ ਲੋਕਾਂ ਲਈ ਉੱਥੇ ਮੌਜੂਦ ਹੈ। ਕੁਝ ਦਿਨ ਪਹਿਲਾਂ ਪੈਂਸਿਲਵੇਨੀਆ ਦੇ ਪੱਛਮੀ ਫਿਲਾਡੈਲਫੀਆ ਸ਼ਹਿਰ ਵਿੱਚ ਇੱਕ ਜਨਮਦਿਨ ਬਲਾਕ ਪਾਰਟੀ ਦੌਰਾਨ ਤੜਕਸਾਰ ਗੋਲੀ ਚੱਲ ਜਾਣ ਦੇ ਸੱਟੇ ਵਜੋਂ 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆਈ ਸੀ, ਜਿਨ੍ਹਾਂ 'ਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਸੀਗਾ ਕਿ ਗੋਲੀਬਾਰੀ 'ਚ ਇੱਕ 19 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਦੇ ਚਿਹਰੇ ਤੇ ਸਰੀਰ ਉੱਪਰ ਗੋਲੀਆਂ ਵੱਜੀਆਂ ਸੀ। ਪੁਲਿਸ ਦਾ ਵਿਸ਼ਵਾਸ ਹੈ ਕਿ ਗੋਲੀਬਾਰੀ ਦੌਰਾਨ ਇੱਕ ਤੋਂ ਵੱਧ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ। ਇਹ ਘਟਨਾ ਅੱਧੀ ਰਾਤ ਤੋਂ ਬਾਅਦ 1:30 ਵਜੇ ਦੇ ਤੜਕਸਾਰ ਵਾਪਰੀ ਸੀ। ਫਿਲਾਡੈਲਫੀਆ ਪੁਲਿਸ ਦੇ ਇੱਕ ਬੁਲਾਰੇ ਦੇ ਅਨੁਸਾਰ ਸੂਚਨਾ ਮਿਲਣ ਤੇ ਜਦੋਂ ਪੁਲਿਸ ਅਫਸਰ ਮੌਕੇ ਉੱਪਰ ਪੁੱਜੇ ਤਾਂ ਉੱਥੇ ਭਾਰੀ ਭੀੜ ਮੌਜੂਦ ਸੀ ਤੇ ਪੀੜਤਾਂ ਦੇ ਗੋਲੀਆਂ ਵੱਜੀਆਂ ਹੋਈਆਂ ਸੀ। ਬੁਲਾਰੇ ਦੇ ਅਨੁਸਾਰ ਅਜੇ ਇਸ ਮਾਮਲੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਨਾ ਹੀ ਗੋਲੀ ਚੱਲਣ ਦਾ ਕਾਰਨ ਸਪਸ਼ਟ ਹੋ ਸਕਿਆ ਹੈ, ਨਾ ਹੀ ਇਹ ਪਤਾ ਲੱਗ ਸਕਿਆ ਕਿ ਗੋਲੀ ਚਲਾਉਣ ਵਾਲੇ ਕਿੰਨੇ ਸੀ। ਪੁਲਿਸ ਦੇ ਅਨੁਸਾਰ ਮੌਕੇ ਤੋਂ 4 ਦਰਜਨ ਤੋਂ ਵੱਧ ਕਾਰਤੂਸਾਂ ਦੇ ਖੋਲ ਬਰਾਮਦ ਹੋਏ ਨੇ। 8 ਪੀੜਤ ਜਿਨ੍ਹਾਂ ਵਿੱਚ 5 ਔਰਤਾਂ, 2 ਲੜਕੀਆਂ ਤੇ ਇੱਕ ਵਿਅਕਤੀ ਸ਼ਾਮਲ ਹੈ ਜ਼ੇਰੇ ਇਲਾਜ ਨੇ। ਮੌਕੇ ਉੱਪਰ ਮੌਜੂਦ
ਮੌਜੂਦ ਲੋਕਾਂ ਅਨੁਸਾਰ ਗੋਲੀਆਂ ਚੱਲਣ ਉਪਰੰਤ ਪਾਰਟੀ ਵਿੱਚ ਹਫੜਾ ਦਫੜੀ ਮਚ ਗਈ ਤੇ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਇੱਧਰ ਉੱਧਰ ਭੱਜ ਗਏ। ਇਸ ਦੌਰਾਨ ਵੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਕੈਨੇਡਾ ਦੀ ਸਾਬਕਾ ਓਲੰਪੀਅਨ ਸਕੇਟਰ ਅਲੈਗਜ਼ੈਂਡਰਾ ਪੋਲੇ ਦੀ ਲੰਘੇ ਦਿਨੀ ਓਨਟਾਰੀਓ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਅਲੈਗਜ਼ੈਂਡਰਾ ਪੌਲ 31 ਸਾਲਾਂ ਦੀ ਸੀ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਪੌਲ ਆਪਣੇ ਬੱਚੇ ਨਾਲ ਇੱਕ ਵਾਹਨ ਵਿੱਚ ਸੀ ਜਦੋਂ ਮੈਲਨਥੌਨ ਟਾਊਨਸ਼ਿਪ ਵਿੱਚ ਕਾਉਂਟੀ ਰੋਡ 124 ਤੇ ਇੱਕ ਟਰੱਕ ਉਸਾਰੀ ਵਾਲੀ ਜ਼ੋਨ 'ਚ ਦਾਖਲ ਹੋ ਗਿਆ ਅਤੇ ਲਾਈਨ 'ਚ ਖੜੀਆਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਦਾ ਹਸਪਤਾਲ 'ਚ ਇਲਾਜ ਕਰਵਾਇਆ ਗਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੇ ਹਾਇਰਿੰਗ ਦਾ ਵੀਟਾ ਵਰਜ਼ਨ ਲਾਂਚ ਕਰਕੇ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਜ਼ਰੀਏ ਕੰਪਨੀਆਂ ਐਕਸ ਤੇ ਨੌਕਰੀਆਂ ਦੀਆਂ ਅਸਾਮੀਆਂ ਪਾ ਸਕਣਗੀਆਂ, ਜਿਸ ਨਾਲ ਲੋਕਾਂ ਨੂੰ ਨੌਕਰੀਆਂ ਤੇ ਕੰਪਨੀਆਂ ਨੂੰ ਸਹੀ ਕਰਮਚਾਰੀ ਮਿਲਣੇ ਆਸਾਨ ਹੋ ਜਾਣਗੇ। ਐਕਸ ਦੇ ਇਸ ਨਵੇਂ ਕਦਮ ਦੇ ਨਾਲ ਲਿੰਕਡਇਨ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਕੇਵਲ ਵੈਰੀਫਾਈਡ ਆਰਗੇਨਾਈਜੇਸ਼ਨਜ਼ ਹੀ ਇਸ ਨਵੀਂ ਸਹੂਲਤ ਦਾ ਫਾਇਦਾ ਲੈ ਸਕਣਗੀਆਂ। ਪ੍ਰਮਾਣਿਤ ਸੰਸਥਾਵਾਂ ਉਹ ਕੰਪਨੀਆਂ ਤੇ ਸੰਸਥਾਵਾਂ ਨੇ ਜਿਨ੍ਹਾਂ ਨੇ ਟਵਿੱਟਰ ਦੀਆਂ ਵੈਰੀਫਾਈਡ ਆਰਗੇਨਾਈਜੇਸ਼ਨਜ਼ ਦੀ ਗਾਹਕੀ ਲਈ ਹੈ। ਇਹ ਸੰਸਥਾਵਾਂ ਐਕਸ ਹਾਇਰਿੰਗ ਵੀਟਾ ਪ੍ਰੋਗਰਾਮ ਲਈ ਸਾਈਨ ਅਪ ਕਰ ਸਕਦੀਆਂ ਨੇ। ਹੈਂਡਲ ਐਕਸ ਹਾਇਰਿੰਗ ਨੇ ਐਕਸ ਤੇ ਇਸ ਪ੍ਰੋਗਰਾਮ ਬਾਰੇ ਪੋਸਟ ਕੀਤਾ ਹੈ। ਐਕਸ ਹਾਇਰਿੰਗ ਨੇ ਕਿਹਾ ਕਿ ਐਕਸ ਹਾਇਰਿੰਗ ਵੀਟਾ ਜੋ ਕਿ ਵਿਸ਼ੇਸ਼ ਤੌਰ ਤੇ ਵੈਰੀਫਾਈਡ ਆਰਗੇਨਾਈਜੇਸ਼ਨਜ਼ ਦੇ ਲਈ ਹੈ, ਇਸ ਨੂੰ ਵਰਤਣ ਲਈ ਇਸ ਨੂੰ ਅਨਲੌਕ ਕਰੋ। ਇਸ ਦੀ ਮਦਦ ਦੇ ਨਾਲ ਆਰਗੇਨਾਈਜੇਸ਼ਨ ਉਸ ਤੇ ਚੁਣੌਤੀਪੂਰਨ ਅਹੁਦਿਆਂ ਲਈ ਲੱਖਾਂ ਲੋਕਾਂ ਤੱਕ ਪਹੁੰਚ ਸਕਦੇ ਨੇ। ਦੁਨੀਆ 'ਚ ਚੌਲਾਂ ਦੀ ਐਕਸਪੋਰਟ ਦੇ 40% ਹਿੱਸੇ ਤੇ ਰਾਜ ਕਰਨ ਵਾਲੇ ਭਾਰਤ ਦਾ ਇੱਕ ਫੈਸਲਾ ਅਮਰੀਕਾ ਤੋਂ ਲੈ ਕੇ ਅਰਬ ਦੇਸ਼ਾਂ ਤੱਕ ਹਾਹਾਕਾਰ ਮਚਾ ਸਕਦਾ ਹੈ। ਇਹ ਅਸੀਂ ਉਦੋਂ ਵੇਖਿਆ ਜਦੋਂ ਭਾਰਤ ਨੇ ਗੈਰ ਬਾਸਮਤੀ ਸਫੈਦ ਚੌਲਾਂ ਦੀ ਐਕਸਪੋਰਟ ਤੇ ਬੈਨ ਲਾ ਦਿੱਤਾ। ਹਾਲਾਂਕਿ ਉਦੋਂ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਇਸ ਤੋਂ ਛੋਟ ਮਿਲ ਰਹੀ, ਪਰ ਦੁਨੀਆ 'ਚ ਇੱਕ ਵਾਰ ਫਿਰ ਬੁਰੀ ਸਥਿਤੀ ਬਣ ਸਕਦੀ ਹੈ। ਭਾਰਤ ਨੇ ਕੁਝ ਵਿਸ਼ੇਸ਼ ਬਾਸਮਤੀ ਚੌਲਾਂ ਦੇ ਐਕਸਪੋਰਟ ਨੂੰ ਬੈਨ ਕਰ ਦਿੱਤਾ ਹੈ। ਸਰਕਾਰ ਨੇ ਪ੍ਰੀਮੀਅਮ ਬਾਸਮਤੀ ਚੌਲਾਂ ਦੀ ਵਿੱਚ ਸਫੈਦ ਗੈਰ ਬਾਸਮਤੀ ਚੌਲਾਂ ਦੀ ਸੰਭਾਵਕ ਐਕਸਪੋਰਟ ਦੀ ਧਾਂਦਲੀ ਨੂੰ ਰੋਕਣ ਦੇ ਲਈ ਵੱਡਾ ਫੈਸਲਾ ਲਿਆ। ਐਤਵਾਰ ਨੂੰ ਇਸ ਸੰਬੰਧ ਵਿੱਚ ਵਣਜ ਅਤੇ ਉਦਯੋਗ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰਕੇ ਡਿਟੇਲ ਵਿੱਚ ਜਾਣਕਾਰੀ ਦਿੱਤੀ ਹੈ। ਕੇਂਦਰ ਸਰਕਾਰ ਵੱਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਘਰੇਲੂ ਖੁਰਾਕੀ ਸੁਰੱਖਿਆ ਯਕੀਨੀ ਕਰਨ ਦੇ ਲਈ ਚੌਲਾਂ ਦੀ ਬਰਾਮਦ ਨੂੰ ਬੈਨ ਕਰਨ ਦੇ ਲਈ ਵੱਖ-ਵੱਖ ਉਪਾਅ ਕਰ ਰਹੀ ਹੈ। ਇਸ ਕੜੀ 'ਚ ਸਰਕਾਰ ਨੇ ਹੁਣ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਲੂਜ਼ ਬਾਸਮਤੀ ਚੌਲ ਦੇ ਰੂਪ ਵਿੱਚ ਗੈਰ ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ਨੂੰ ਰੋਕਣ ਦੀ ਪਹਿਲ ਕੀਤੀ ਹੈ। ਇਸ ਫੈਸਲੇ ਨਾਲ $1200 ਪ੍ਰਤੀ ਟਨ ਤੋਂ ਘੱਟ ਕੀਮਤ ਤੇ ਕੰਟਰੈਕਟਡ ਸਾਰੇ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਅਸਥਾਈ ਰੂਪ ਨਾਲ ਰੋਕ ਦਿੱਤਾ ਜਾ ਸਕਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਦੇਸ਼ ਵਿੱਚ ਨਵੇਂ ਸਖਤ ਕਾਨੂੰਨ ਲਿਆਉਣ ਦੀ ਯੋਜਨਾ ਹੈ, ਜਿਸ ਤਹਿਤ ਘਿਨੌਣੇ ਕਤਲਾਂ ਦੇ ਦੋਸ਼ੀਆਂ ਨੂੰ ਉਮਰ ਭਰ ਜੇਲ੍ਹ 'ਚ ਰਹਿਣਾ ਪਏਗਾ। ਅਜਿਹੇ ਮਾਮਲਿਆਂ 'ਚ ਦੋਸ਼ੀਆਂ ਨੂੰ ਪੈਰੋਲ ਤੇ ਛੱਡਣ ਜਾਂ ਛੇਤੀ ਰਿਹਾਈ ਤੇ ਵਿਚਾਰ ਕਰਨ ਦੀ ਕੋਈ ਸੰਭਾਵਨਾ ਨਹੀਂ ਹੋਏਗੀ। ਸੁਨਕ ਨੇ ਕਿਹਾ, ਮੈਂ ਹਾਲ ਹੀ 'ਚ ਸਾਹਮਣੇ ਆਈ ਅਪਰਾਧਾਂ ਦੀ ਬੇਰਹਿਮੀ ਤੇ ਲੋਕਾਂ ਦੀ ਦਹਿਸ਼ਤ ਨੂੰ ਸਾਂਝਾ ਕੀਤਾ ਹੈ। ਲੋਕ ਸਹੀ ਤੌਰ ਤੇ ਉਮੀਦ ਕਰਦੇ ਨੇ ਕਿ ਸਭ ਤੋਂ ਗੰਭੀਰ ਮਾਮਲਿਆਂ 'ਚ ਇਸ ਗੱਲ ਦੀ ਗਰੰਟੀ ਹੋਣੀ ਚਾਹੀਦੀ ਹੈ ਕਿ ਜੀਵਨ ਦਾ ਅਰਥ ਜੀਵਨ ਹੋਏਗਾ। ਉਹ ਸਜ਼ਾ ਦਿੱਤੇ ਜਾਣ ਵਿੱਚ ਇਮਾਨਦਾਰੀ ਦੀ ਉਮੀਦ ਕਰਦੇ ਨੇ। ਉਹਨਾਂ ਨੇ ਸਭ ਤੋਂ ਭਿਆਨਕ ਕਤਲ ਕਰਨ ਵਾਲੇ ਘਿਨੌਣੇ ਅਪਰਾਧੀਆਂ ਲਈ ਉਮਰ ਕੈਦ ਦੀ ਲਾਜ਼ਮੀ ਸਜ਼ਾ ਸ਼ੁਰੂ ਕਰਕੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਕਦੇ ਵੀ ਆਜ਼ਾਦ ਨਾ ਹੋਣ। ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਜਾ ਰਿਹਾ ਜਦੋਂ ਕੁਝ ਦਿਨ ਪਹਿਲਾਂ ਉੱਤਰੀ ਇੰਗਲੈਂਡ ਦੇ ਇੱਕ ਹਸਪਤਾਲ 'ਚ 7 ਨਵਜਨਮੇ ਬੱਚਿਆਂ ਦੀ ਹੱਤਿਆ ਦੀ ਦੋਸ਼ੀ ਪਾਏ ਜਾਣ ਤੋਂ ਬਾਅਦ ਨਰਸ ਲੂਸੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬਰਤਾਨੀਆ ਦੀਆਂ ਵਿਧਾਨਕ ਵਿਵਸਥਾਵਾਂ ਮੌਤ ਦੀ ਸਜ਼ਾ ਦੀ ਆਗਿਆ ਨਹੀਂ ਦਿੰਦੀਆਂ, ਇਸ ਲਈ ਸਭ ਤੋਂ ਸਖਤ ਸਜ਼ਾ ਵਜੋਂ ਉਮਰ ਕੈਦ ਦੀ ਵਿਵਸਥਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।